ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵੱਡ ਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਪਿਛਲੇਰੇ ਦਿਨਾਂ ਤੋਂ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਨੂੰ ਵਿਚਾਰ ਰਹੇ ਹਾਂ। 1823 ਈਸਵੀ ਤੱਕ ਆਪਾਂ ਇਤਿਹਾਸ ਦੀ ਵਿਚਾਰ ਕਰ ਲਈ ਹੈ। ਸੋ ਅੱਜ ਆਪਾਂ 1826 ਤੋਂ ਇਤਿਹਾਸ ਨੂੰ ਵਿਚਾਰਨਾ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1826 ਈਸਵੀ ਦੇ ਵਿੱਚ ਇੱਕ ਨਿਜ਼ਾਮ ਹੈਦਰਾਬਾਦ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਇਸ ਸਮੇਂ ਤੱਕ ਬਹੁਤ ਜ਼ਿਆਦਾ ਇਲਾਕੇ ਜਿੱਤ ਲਏ ਹਨ। ਬਹੁਤ ਵੱਡੀ ਤਾਕਤ ਹੈ ਕੋਲ, ਅਤੇ ਇਹ ਇੱਕ ਦੁਨੀਆ ਦਾ ਦਸਤੂਰ ਰਿਹਾ ਹੈ। ਜਿਸ ਮਨੁੱਖ ਦੇ ਕੋਲ ਜ਼ਿਆਦਾ ਤਾਕਤ ਹੈ, ਦੁਨੀਆ ਉਸ ਦੀ ਕਦਰ ਕਰਦੀ ਹੈ, ਸਤਿਕਾਰ ਕਰਦੀ ਹੈ, ਪਾਣੀ ਭਰਦੀ ਹੈ। ਨਿਜ਼ਾਮ ਹੈਦਰਾਬਾਦ ਨੇ ਵੇਖਿਆ ਮਹਾਰਾਜਾ ਰਣਜੀਤ ਸਿੰਘ ਬਹੁਤ ਤਾਕਤਵਰ ਰਾਜਾ ਹੈ, ਬਾਦਸ਼ਾਹ ਹੈ, ਅਤੇ ਇਸ ਨੇ ਆਪਣੇ ਕੋਲੋਂ ਆਪਣੇ ਵੱਲੋਂ ਤੋਹਫੇ ਦੇ ਵਿੱਚ 3 ਚੀਜ਼ਾਂ ਬਹੁਤ ਵਧੀਆ ਭੇਜੀਆਂ ਹਨ। ਨਿਜ਼ਾਮ ਹੈਦਰਾਬਾਦ ਨੇ ਇੱਕ ਸ਼ਮਸ਼ੀਰ, ਇੱਕ ਤਲਵਾਰ ਭੇਜੀ ਹੈ ਜਿਸ ਦੇ ਵਿੱਚ ਹੀਰੇ ਜੜੇ ਹੋਏ ਹਨ। 4 ਘੋੜੇ ਬਹੁਤ ਵਧੀਆ, ਅਤੇ ਇੱਕ ਚਾਨਣੀ। ਮਹਾਰਾਜਾ ਰਣਜੀਤ ਸਿੰਘ ਜਿੱਥੇ ਬੈਠਦੇ ਹਨ ਉੱਪਰ ਲਾਉਣ ਦੇ ਲਈ। ਅਸੀਂ ਇੱਕ ਸ਼ਬਦ ਹੋਰ ਵਰਤਦੇ ਹਾਂ, ਚੰਦੋਆ। ਚਾਨਣੀ ਅਤੇ ਚੰਦੋਏ ਦੇ ਵਿੱਚ ਅੰਤਰ ਹੈ। ਗੁਰਬਾਣੀ ਦੇ ਵਿੱਚ ਵੀ ਸ਼ਬਦ ਚੰਦੋਆ ਹੀ ਹੈ। ਚੰਦੋਆ ਕੇਵਲ ਗੁਰੂ ਸਾਹਿਬਾਨ ਦੇ ਉੱਪਰ ਲੱਗ ਸਕਦਾ ਹੈ। ਚਾਨਣੀ ਇੱਕ ਆਮ ਬਾਦਸ਼ਾਹ ਦੇ ਲਈ ਵਰਤੀ ਜਾਂਦੀ ਹੈ, ਆਮ ਸ਼ਮਿਆਨੇ ਦੇ ਵਿੱਚ ਵੀ ਲੱਗ ਜਾਂਦੀ ਹੈ। ਲੇਕਿਨ ਕਈ ਵਾਰੀ ਅਸੀਂ ਵੀ ਨਹੀਂ, ਸਾਨੂੰ ਜਾਣਕਾਰੀ ਹੁੰਦੀ, ਅਸੀਂ ਵੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਚੰਦੋਆ ਸਾਹਿਬ ਲੱਗਿਆ ਹੋਇਆ ਉਹਦੇ ਲਈ ਚਾਨਣੀ ਸ਼ਬਦ ਹੀ ਵਰਤ ਦਿੰਦੇ ਹਾਂ। ਸੋ ਖੈਰ, ਇਸ ਨਿਜ਼ਾਮ ਹੈਦਰਾਬਾਦ ਨੇ ਇੱਕ ਬਹੁਤ ਵਧੀਆ ਚਾਨਣੀ ਭੇਜੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਲਈ। ਜਦੋਂ ਦਰਬਾਰ ਲੱਗਿਆ ਹੋਇਆ ਹੈ ਉਸ ਸਮੇਂ ਇਹ ਚਾਨਣੀ ਨੂੰ ਲਾਇਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ। ਹੁਣ ਮਹਾਰਾਜਾ ਰਣਜੀਤ ਸਿੰਘ ਨੇ ਇਹ ਕੋਈ ਤੋਹਫੇ ਵੇਖੇ ਨਹੀਂ ਹੈ, ਕਿਉਂਕਿ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਵੱਖ-ਵੱਖ ਵਿਅਕਤੀਆਂ ਵੱਲੋਂ ਤੋਹਫੇ ਭੇਜੇ ਜਾਂਦੇ ਹੈ, ਇੰਨਾ ਸਮਾਂ ਨਹੀਂ ਹੈ। ਲੇਕਿਨ ਜਦੋਂ ਇਹ ਆਪਣੀ ਕੁਰਸੀ 'ਤੇ ਬੈਠਣ ਲੱਗਿਆ, ਇਹਦਾ ਧਿਆਨ ਚਲਿਆ ਗਿਆ ਉੱਪਰ ਚਾਨਣੀ 'ਤੇ, ਅਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਇਹ ਤਾਂ ਬਹੁਤ ਜ਼ਿਆਦਾ ਸੋਹਣੀ ਚਾਨਣੀ ਹੈ, ਬਹੁਤ ਹੀ ਜ਼ਿਆਦਾ ਸੁੰਦਰ, ਅਤੇ ਇਹ ਮੇਰੇ 'ਤੇ ਨਹੀਂ ਲਾਉਣੀ ਚਾਹੀਦੀ, ਇਹਨੂੰ ਦਰਬਾਰ ਸਾਹਿਬ ਭੇਜ ਦੇਣਾ ਚਾਹੀਦਾ ਅੰਮ੍ਰਿਤਸਰ।
ਉਹ ਚਾਨਣੀ ਲਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਭੇਜੀ ਗਈ। ਭੇਜੀ ਤਾਂ ਇਸੇ ਲਈ ਗਈ ਸੀ ਵੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਲੱਗਣੀ ਚਾਹੀਦੀ ਹੈ। ਪਰ ਉਸ ਸਮੇਂ ਸਿੱਖ ਹਨ ਜੋ ਉਹ ਬੜੀ ਚੜ੍ਹਦੀ ਕਲਾ ਵਾਲੇ ਹਨ, ਸਿਧਾਂਤਕ ਹਨ। ਭਾਵੇਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਭੇਜੀ ਗਈ ਹੈ ਚਾਨਣੀ, ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਵੀ ਅਸੀਂ ਉਹ ਬਸਤਰ, ਉਹ ਕੱਪੜਾ ਗੁਰੂ ਗ੍ਰੰਥ ਸਾਹਿਬ ਦੇ ਲਈ ਨਹੀਂ ਵਰਤ ਸਕਦੇ ਜਿਹੜੇ ਪਹਿਲਾਂ ਇੱਕ ਬੰਦੇ ਦੇ ਲਈ ਵਰਤੇ ਗਏ ਹੋਣ, ਕਿਉਂਕਿ ਇੱਕ ਵਾਰੀ ਚਾਨਣੀ ਲੱਗ ਚੁੱਕੀ ਹੈ ਨਾ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ। ਹਾਂ, ਜੇਕਰ ਉਸ ਨੇ ਇਹ ਚਾਨਣੀ ਭੇਟਾ ਕੀਤੀ ਹੈ ਤੇ ਇਸ ਨੂੰ ਰੱਖ ਲਿਆ ਜਾਵੇਗਾ, ਤੇ ਉਸ ਨੂੰ ਰੱਖ ਲਿਆ ਗਿਆ ਸੀ ਦਰਬਾਰ ਸਾਹਿਬ ਤੋਸ਼ੇਖਾਨੇ ਦੇ ਵਿੱਚ ਸੰਭਾਲ ਕੇ। ਬਹੁਤ ਕੀਮਤੀ ਚਾਨਣੀ ਸੀ। 1984 ਈਸਵੀ ਤੱਕ ਉਸ ਦੇ ਦਰਸ਼ਨ ਵੀ ਕਰਵਾਏ ਜਾਂਦੇ ਰਹੇ ਹੈ ਵੱਖ-ਵੱਖ ਸਮਿਆਂ 'ਤੇ। ਪਰ ਜਦੋਂ ਅਟੈਕ ਹੋਇਆ ਤੀਸਰਾ ਘੱਲੂਘਾਰਾ, ਆਹ ਜਿਹੜੇ ਦਿਨ ਚੱਲ ਰਹੇ ਹੈ 1 ਜੂਨ ਤੋਂ ਲੈ ਕੇ ਅੱਜ 6 ਜੂਨ ਹੈ, ਇਹ 6 ਜੂਨ ਤੱਕ ਇਹ ਘੱਲੂਘਾਰਾ ਦੇ ਦਿਨ ਹੀ ਹਨ ਜਦੋਂ ਹਮਲਾ ਕੀਤਾ ਗਿਆ ਅਕਾਲ ਤਖਤ ਸਾਹਿਬ 'ਤੇ। ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਕੀਤਾ ਗਿਆ। ਇਹ ਉਹੀ ਦਿਨ ਚੱਲ ਰਹੇ ਹੈ ਅੱਜ। ਇਸ ਸਮੇਂ ਦੇ ਦੌਰਾਨ 1984 ਦੇ ਵਿੱਚ ਜਿੱਥੇ ਹੋਰ ਬਹੁਤ ਜ਼ਿਆਦਾ ਨੁਕਸਾਨ ਹੋਇਆ, ਉੱਥੇ ਇਹ ਚਾਨਣੀ ਵੀ ਇਸ ਹਮਲੇ ਦੇ ਦੌਰਾਨ ਸਾੜ ਦਿੱਤੀ ਗਈ, ਖਤਮ ਹੋ ਗਈ ਹੈ। ਅੱਜ ਇਹ ਸਾਡੇ ਕੋਲ ਨਹੀਂ ਹੈ। ਸੋ ਇਹ 1826 ਈਸਵੀ ਦੇ ਵਿੱਚ ਨਿਜ਼ਾਮ ਹੈਦਰਾਬਾਦ ਨੇ ਇਹ ਕੀਮਤੀ ਤੋਹਫੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਜੇ ਸਨ। 1827 ਈਸਵੀ ਦੇ ਵਿੱਚ ਤੇ 1831 ਈਸਵੀ ਦੇ ਵਿੱਚ ਸਿਮਲੇ ਦੇ ਵਿੱਚ ਅੰਗਰੇਜ਼ਾਂ ਦੇ ਵੱਲੋਂ ਪੱਤਰ ਲਿਖ ਕੇ ਮਹਾਰਾਜਾ ਰਣਜੀਤ ਸਿੰਘ ਨੂੰ 2 ਮੀਟਿੰਗਾਂ ਕੀਤੀਆਂ ਜਾਂਦੀਆਂ। ਇੱਕ 1827 ਈਸਵੀ ਦੇ ਵਿੱਚ, ਇੱਕ 1831 ਈਸਵੀ ਦੇ ਵਿੱਚ। ਮੈਂ ਇਹ ਦੋਵਾਂ ਦਾ ਇਕੱਠਿਆਂ ਹੀ ਜ਼ਿਕਰ ਕਰ ਰਿਹਾ। ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਇੱਕ ਜੋ ਵਿਅਕਤੀ ਭੇਜਿਆ ਜਾਂਦਾ ਇਸ ਮੀਟਿੰਗਾਂ ਦੇ ਦੌਰਾਨ, ਉਸ ਦਾ ਨਾਮ ਹੈ ਫਕੀਰ ਅਜੀਜ਼ੁਦੀਨ। ਇਹ ਫਕੀਰ ਅਜੀਜ਼ੁਦੀਨ ਨਾਮ ਇਹਦਾ ਫਕੀਰ ਹੈ, ਕੰਮ ਇਹਦਾ ਵੈਦ ਵਾਲਾ ਡਾਕਟਰ ਹੈਗਾ, ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਇਹ ਵਿਦੇਸ਼ ਮੰਤਰੀ ਹੈ। ਇਹਦੀਆਂ ਤਿੰਨੇ ਗੱਲਾਂ ਹੀ ਨਹੀਂ ਰਲਦੀਆਂ। ਨਾਮ ਫਕੀਰ ਅਜੀਜ਼ੁਦੀਨ ਹੈ, ਕੰਮ ਜਿਹੜਾ ਇਹ ਜਾਣਦਾ ਉਹ ਹੈ ਵੈਦ ਹਕੀਮ, ਤੇ ਲੇਕਿਨ ਜਿਹੜਾ ਇਹਦੇ ਕੋਲ ਅਹੁਦਾ ਹੈਗਾ ਉਹ ਵਿਦੇਸ਼ ਮੰਤਰੀ ਦਾ ਹੈ। ਤੇ ਇਹ ਫਕੀਰ ਅਜੀਜ਼ੁਦੀਨ ਬਹੁਤ ਹੀ ਜ਼ਿਆਦਾ ਸੂਝਵਾਨ ਵਿਅਕਤੀ ਹੋਇਆ, ਬਹੁਤ ਜ਼ਿਆਦਾ। ਮਹਾਰਾਜਾ ਰਣਜੀਤ ਸਿੰਘ ਨੂੰ ਸਲਾਹ ਦੇਣੀ, ਕੋਈ ਫੈਸਲੇ ਕਰਨੇ, ਇਹਨੇ ਬਹੁਤ ਜ਼ਿਆਦਾ ਰੋਲ ਅਦਾ ਕੀਤਾ ਹੈਗਾ। ਇਸ ਨੂੰ ਅੰਗਰੇਜ਼ਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਭੇਜਿਆ ਗਿਆ 1827 ਅਤੇ 1831 ਈਸਵੀ ਦੇ ਵਿੱਚ ਸ਼ਿਮਲੇ ਦੇ ਵਿੱਚ। ਤੇ ਸ਼ਿਮਲੇ ਦੇ ਵਿੱਚ ਉੱਥੇ ਜੋ ਅੰਗਰੇਜ਼ ਹੈ ਉਹ ਇਸ ਨੂੰ ਸਵਾਲ ਕਰਦਾ ਵੀ ਮੈਂ ਸੁਣਿਆ ਤੁਹਾਡਾ ਜਿਹੜਾ ਰਾਜ ਹੈ ਉਹ ਇੱਕ ਅੱਖ ਤੋਂ ਕਾਣਾ ਹੈਗਾ। ਤੇ ਫਕੀਰ ਅਜੀਜ਼ੁਦੀਨ ਇਹ ਜਵਾਬ ਦਿੰਦਾ, ਕਹਿੰਦਾ ਵੀ ਸੁਣਿਆ ਤਾਂ ਮੈਂ ਵੀ ਹੈ, ਸੁਣਿਆ ਮੈਂ ਵੀ ਹੈ ਕਿ ਜੋ ਸਾਡਾ ਬਾਦਸ਼ਾਹ ਉਹ ਇੱਕ ਅੱਖ ਤੋਂ ਖਾਣਾ ਹੈ, ਇੱਕ ਅੱਖ ਤੋਂ ਜੋ ਕਿ ਉਸ ਨੂੰ ਦਿਸਦਾ ਨਹੀਂ, ਇੱਕ ਅੱਖ ਤੋਂ ਕਾਣਾ ਹੈਗਾ। ਉਹ ਅੰਗਰੇਜ਼ ਕਹਿੰਦੇ ਆ ਵੀ ਤੂੰ ਕੇਵਲ ਤੂੰ ਵੀ ਸੁਣਿਆ, ਤੂੰ ਤਾਂ ਉਹਦੇ ਦਰਬਾਰ ਵਿੱਚ ਰਹਿਣਾ, ਤੂੰ ਤਾਂ ਵੇਖਿਆ ਹੋਵੇਗਾ। ਇਹ ਫਕੀਰ ਅਜੀਜ਼ੁਦੀਨ ਨੇ ਬਹੁਤ ਵਧੀਆ ਜਵਾਬ ਦਿੱਤਾ, ਕਹਿੰਦਾ ਵੀ ਸਾਡੇ ਬਾਦਸ਼ਾਹ ਦਾ ਪ੍ਰਭਾਵ ਹੀ ਇੰਨਾ ਜ਼ਿਆਦਾ ਹੈ, ਅਸੀਂ ਉਹਦੀ ਰਿਸਪੈਕਟ ਸਤਿਕਾਰ ਹੀ ਇੰਨਾ ਜ਼ਿਆਦਾ ਕਰਦੇ ਹਾਂ ਕਿ ਜਦੋਂ ਉਹ ਸਾਡੇ ਸਾਹਮਣੇ ਆਉਂਦਾ ਅਸੀਂ ਉਹਦੇ ਸਤਿਕਾਰ ਦੇ ਵਜੋਂ ਅੱਖਾਂ ਨੀਵੀਆਂ ਕਰ ਲੈਂਦੇ ਹਾਂ, ਅਸੀਂ ਉਹਦੇ ਚਿਹਰੇ ਵੱਲ ਨਹੀਂ ਝਾਕਦੇ। ਤੇ ਉਸ ਸਮੇਂ ਅੰਗਰੇਜ਼ ਇਹ ਸੋਚਦੇ ਹਨ, ਕਹਿੰਦੇ ਹਨ ਕਿ ਜੇਕਰ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਤੱਕ ਜਿੱਤ ਨਹੀਂ ਸਕੇ, ਉਹਦੇ ਨਾਲ ਸਮਝੌਤੇ ਕਰਨੇ ਪੈ ਰਹੇ ਆ, ਉਹਦਾ ਕਾਰਨ ਹੀ ਇਹ ਹੈ
ਵੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਇੰਨੇ ਜ਼ਿਆਦਾ ਵਫਾਦਾਰ ਬੰਦੇ ਹਨ, ਇੰਨੀ ਰਿਸਪੈਕਟ ਕਰਨ ਵਾਲੇ, ਇੰਨਾ ਸਤਿਕਾਰ ਕਰਨ ਵਾਲੇ ਉਹਦੇ ਦਰਬਾਰ ਦੇ ਵਿੱਚ ਇਹੋ ਜਿਹੇ ਵਿਅਕਤੀ ਹਨ ਜਿਹੜੇ ਇੰਨੀ ਜ਼ਿਆਦਾ ਰਿਸਪੈਕਟ ਕਰਦੇ ਆ ਵੀ ਜਿਨ੍ਹਾਂ ਨੇ ਕੋਈ ਸਵਾਲ ਜਵਾਬ ਤਾਂ ਕੀ ਕਰਨਾ, ਸਗੋਂ ਅੱਖ ਦੇ ਵਿੱਚ ਅੱਖ ਪਾ ਕੇ ਵੇਖਦੇ ਵੀ ਨਹੀਂ ਬਾਦਸ਼ਾਹ ਦੇ ਵੱਲ। ਇਹ ਦੋ ਮੀਟਿੰਗਾਂ ਹੋਈਆਂ ਸਨ 1827 ਅਤੇ 1831 ਈਸਵੀ ਦੇ ਵਿੱਚ। 1831 ਈਸਵੀ ਦੇ ਵਿੱਚ ਹੀ ਹਰੀ ਸਿੰਘ ਨਲੂਆ ਜਮਰੌਂਦ ਦਾ ਕਿਲ੍ਹਾ ਬਣਾਉਂਦਾ ਦਰਾ ਖੈਬਰ ਦੇ ਕਿਨਾਰੇ 'ਤੇ। ਜਾਂ ਤਾਂ ਹਮਲਾਵਰ ਅਟਕ ਦਰਿਆ ਦੇ ਰਾਹੀਂ ਹਮਲਾ ਕਰਦੇ ਸਨ, ਜਾਂ ਪਿਸ਼ੌਰ ਦੇ ਰਾਹੀਂ, ਅਤੇ ਜਾਂ ਆਹ ਦਰਾ ਖੈਬਰ ਦੇ ਰਾਹੀਂ। ਅਤੇ ਇਹ ਹਮਲਾਵਰਾਂ ਨੂੰ ਰੋਕਣ ਦੇ ਲਈ 1831 ਈਸਵੀ ਦੇ ਵਿੱਚ ਹਰੀ ਸਿੰਘ ਨਲਵੇ ਦੇ ਵੱਲੋਂ ਜਮਰੌਂਦ ਦਾ ਕਿਲ੍ਹਾ ਬਣਾਇਆ ਜਾਂਦਾ ਬਿਲਕੁਲ ਹੱਦ 'ਤੇ, ਵੀ ਤਾਂ ਕਿ ਕੋਈ ਹਮਲਾਵਰ ਹਮਲਾ ਨਾ ਕਰ ਸਕੇ। 1831 ਈਸਵੀ ਦੇ ਵਿੱਚ ਅਤੇ 1834 ਈਸਵੀ ਦੇ ਵਿੱਚ ਜੋ ਦੋਸਤ ਮੁਹੰਮਦ ਹੈ ਉਸ ਦੇ ਵੱਲੋਂ, ਇਹਦਾ ਪਹਿਲਾਂ ਵੀ ਨਾਮ ਆ ਚੁੱਕਿਆ, ਇਹਨੇ ਕਈ ਜੰਗਾਂ ਵੀ ਕਰ ਲਈਆਂ ਹਨ ਸਿੱਖਾਂ ਦੇ ਨਾਲ। ਇਹਨੇ ਇੱਕ ਮਨ ਦੇ ਵਿੱਚ ਵਿਚਾਰ ਬਣਾਈ ਵੀ ਆਪਾਂ ਜਦੋਂ ਸਿੱਖਾਂ ਦੇ ਨਾਲ ਸਿੱਧੀ ਜੰਗ ਕਰਦੇ ਹਾਂ ਅਤੇ ਹਾਰ ਜਾਂਦੇ ਹਾਂ, ਕਿਉਂ ਨਾ ਆਪਾਂ ਐਤਕੀ ਕੋਈ ਧੋਖਾ ਕਰਕੇ ਵੇਖੀਏ, ਕੋਈ ਬੇਈਮਾਨੀ ਕਰਕੇ ਵੇਖੀਏ। ਕਿਉਂਕਿ ਰਾਜਨੀਤੀ ਦੇ ਵਿੱਚ ਸ਼ਾਮ ਦਾਮ ਦੰਡ ਭੇਦ ਇਹ ਸਾਰਾ ਕੁਝ ਅਪਣਾਇਆ ਜਾਂਦਾ ਆਪਣੀ ਜਿੱਤ ਦੇ ਲਈ। ਇਹ ਦੋਸਤ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਪੱਤਰ ਲਿਖਿਆ, ਚਿੱਠੀ ਲਿਖੀ, ਅਤੇ ਉਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਵੀ ਆਪਾਂ ਕਿੰਨੇ ਵਾਰੀ ਆਪਸ ਦੇ ਵਿੱਚ ਜੰਗ ਕੀਤੀ ਹੈ, ਤੁਹਾਡਾ ਵੀ ਨੁਕਸਾਨ ਹੁੰਦਾ, ਸਿੱਖ ਸ਼ਹੀਦ ਹੁੰਦੇ ਹੈ, ਸਾਡੇ ਵੀ ਬੰਦੇ ਸ਼ਹੀਦ ਹੋ ਜਾਂਦੇ ਆ, ਖਤਮ ਹੋ ਜਾਂਦੇ ਆ, ਆਪਣਾ ਹਰ ਵਾਰੀ ਨੁਕਸਾਨ ਹੁੰਦਾ, ਕਿਉਂ ਨਾ ਆਪਾਂ ਬੈਠ ਕੇ ਗੱਲਬਾਤ ਕਰੀਏ, ਕੋਈ ਫੈਸਲੇ ਕਰੀਏ, ਅਤੇ ਆਪਾਂ ਆਪੋ ਆਪਣੀਆਂ ਜਿਹੜੀਆਂ ਹੱਦਾਂ ਨੇ ਉਹ ਵੰਡ ਲਈਏ, ਅਤੇ ਇਹ ਸਮਝੌਤਾ ਹੋਵੇ ਵੀ ਨਾ ਤੁਸੀਂ ਸਾਡੇ 'ਤੇ ਹਮਲਾ ਕਰੋ, ਨਾ ਅਸੀਂ ਤੁਹਾਡੇ 'ਤੇ ਹਮਲਾ ਕਰੀਏ। ਇਹਨੇ ਇਸ ਤਰ੍ਹਾਂ ਪੱਤਰ ਲਿਖਿਆ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਮੇਰੇ ਨਾਲ ਬੈਠ ਕੇ ਸਮਝੌਤਾ ਕਰੋ, ਫੈਸਲਾ ਕਰੋ, ਅਤੇ ਅੱਗੇ ਤੋਂ ਨਾ ਤੁਸੀਂ ਸਾਡੇ 'ਤੇ ਹਮਲਾ ਕਰਿਓ, ਨਾ ਅਸੀਂ ਤੁਹਾਡੇ 'ਤੇ ਹਮਲਾ ਕਰਨਾ। 1834 ਈਸਵੀ ਦੇ ਵਿੱਚ ਇਹਨੇ ਪੱਤਰ ਲਿਖ ਕੇ ਭੇਜਿਆ, ਅਤੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਤਾਂ ਜੋ ਅਮਰੀਕੀ ਹੈ, ਅਮਰੀਕਾ ਦੇਸ਼ ਦਾ ਰਹਿਣ ਵਾਲਾ ਬਾਰਨਲ, ਉਸ ਵਿਅਕਤੀ ਨੂੰ, ਅਤੇ ਇੱਕ ਫਕੀਰ ਅਜੀਜ਼ੁਦੀਨ ਨੂੰ, ਇਹਨਾਂ ਦੋਵਾਂ ਨੂੰ ਭੇਜਿਆ ਵੀ ਉਹਦੇ ਨਾਲ ਜਾ ਕੇ ਫੈਸਲਾ ਕਰਿਆਓ, ਸਮਝੌਤਾ ਕਰਿਆਓ। ਹੁਣ ਇਹ ਦੋ ਬੰਦੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਭੇਜੇ ਦੋਸਤ ਮੁਹੰਮਦ ਦੇ ਕੋਲ, ਉਹਦੇ ਪੱਤਰ ਲਿਖੇ ਜਾਣ ਤੋਂ ਬਾਅਦ, ਅਤੇ ਦੋਸਤ ਮੁਹੰਮਦ ਨੇ ਕੀ ਕੀਤਾ, ਜਿਹੜਾ ਉਹ ਬਾਰਨਲ ਅਮਰੀਕੀ ਸੀ ਉਸ ਨੂੰ ਤਾਂ ਛੱਡ ਦਿੱਤਾ, ਉਸ ਨੂੰ ਕੁਝ ਨਹੀਂ ਕਹਿਆ, ਅਤੇ ਫਕੀਰ ਅਜੀਜ਼ੁਦੀਨ ਨੂੰ ਆਪਣੀ ਜੇਲ੍ਹ ਦੇ ਵਿੱਚ ਪਾ ਦਿੱਤਾ, ਬੰਦੀ ਬਣਾ ਲਿਆ। ਇਹਨੇ ਤਾਂ ਧੋਖਾ ਕਰਨਾ ਸੀ ਨਾ, ਬੇਈਮਾਨੀ ਕਰਨੀ ਸੀ, ਇਹਨੇ ਸਮਝੌਤਾ ਥੋੜ੍ਹੀ ਕਰਨਾ ਸੀ। ਇਹਨੇ ਫਕੀਰ ਅਜੀਜ਼ੁਦੀਨ ਨੂੰ ਕਹਿਆ ਵੀ ਮੈਂ ਤੁਹਾਨੂੰ ਬੰਦੀ ਤਾਂ ਬਣਾਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਪਤਾ ਚੱਲੇਗਾ ਕਿ ਮੇਰਾ ਵਿਦੇਸ਼ ਮੰਤਰੀ ਦੋਸਤ ਮੁਹੰਮਦ ਨੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ, ਅਤੇ ਉਹ ਮੇਰੀ ਈਨ ਮੰਨੇਗਾ, ਤੈਨੂੰ ਛਡਵਾਉਣ ਦੇ ਲਈ, ਆਜ਼ਾਦ ਕਰਵਾਉਣ ਦੇ ਲਈ ਉਹ ਮੇਰੀਆਂ ਸਾਰੀਆਂ ਗੱਲਾਂ ਨੂੰ ਮੰਨੇਗਾ, ਅਤੇ ਮੈਂ ਉਸ ਦੇ ਕੋਲੋਂ ਬਹੁਤ ਜ਼ਿਆਦਾ ਗੱਲਾਂ ਮਨਵਾ ਲੈਣੀਆਂ, ਉਹਨੂੰ ਮੇਰੀਆਂ ਸਾਰੀਆਂ ਗੱਲਾਂ ਹੀ ਮੰਨਣੀਆਂ ਪੈਣਗੀਆਂ ਜਿੰਨੀਆਂ ਮੈਂ ਕਹਾਂਗਾ, ਕਿਉਂਕਿ ਉਹਦਾ ਵਿਦੇਸ਼ ਮੰਤਰੀ ਮੇਰੇ ਜੇਲ੍ਹ ਦੇ ਵਿੱਚ ਹੈ, ਉਹਨੂੰ ਮੇਰੀ ਈਨ ਮੰਨਣੀ ਹੀ ਪਵੇਗੀ। ਫਕੀਰ ਅਜੀਜ਼ੁਦੀਨ ਨੇ ਦੋਸਤ ਮੁਹੰਮਦ ਨੂੰ ਕਹਿਆ ਵੀ ਜੋ ਮਹਾਰਾਜਾ ਰਣਜੀਤ ਸਿੰਘ ਹੈ, ਮੈਂ ਉਹਦੇ ਕੋਲ ਰਹਿੰਦਾ ਹਾਂ, ਮੈਂ ਉਹਦੇ ਸੁਭਾਅ ਤੋਂ ਜਾਣਕਾਰ ਹਾਂ, ਅਤੇ ਜਿਹੜੇ ਬਾਕੀ ਦੇ ਸਿੱਖ ਆਗੂ ਨੇ ਉਹਨਾਂ ਦੇ ਸੁਭਾਅ ਨੂੰ ਵੀ ਮੈਂ ਸਮਝਦਾ, ਅਤੇ ਮੈਨੂੰ ਨਹੀਂ ਲੱਗਦਾ ਵੀ ਉਹ ਮੇਰੇ
ਖਾਤਰ ਇੱਕ ਬੰਦੇ ਨੂੰ ਛਡਵਾਉਣ ਦੇ ਲਈ ਤੇਰੀਆਂ ਸਾਰੀਆਂ ਗੱਲਾਂ ਮੰਨਣਗੇ। ਉਹਨਾਂ ਨੇ ਤੇਰੀ ਇੱਕ ਵੀ ਗੱਲ ਨਹੀਂ ਮੰਨਣੀ। ਪਹਿਲਾਂ ਵਾਲੀਆਂ ਜੰਗਾਂ ਦੇ ਵਿੱਚ ਨੁਕਸਾਨ ਘੱਟ ਹੋਇਆ ਹੈ, ਪਰ ਜਦੋਂ ਰਣਜੀਤ ਸਿੰਘ ਨੂੰ ਇਹ ਪਤਾ ਚੱਲੇਗਾ ਨਾ ਵੀ ਉਹਦਾ ਵਿਦੇਸ਼ ਮੰਤਰੀ ਜਿਹੜਾ ਬਹੁਤ ਜ਼ਿਆਦਾ ਨੇੜੇ ਆ ਉਹਦੇ, ਉਹ ਬੰਦਾ ਤੂੰ ਗੁਲਾਮ ਬਣਾ ਕੇ ਰੱਖਿਆ ਜੇਲ੍ਹ ਵਿੱਚ ਬੰਦ ਕਰਕੇ, ਤੇ ਉਹਨੇ ਇੰਨਾ ਭਿਆਨਕ ਹਮਲਾ ਕਰਨਾ ਹੈ ਵੀ ਤੇਰਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ, ਤੇਰਾ ਰਾਜ ਭਾਗ ਵੀ ਖਤਮ ਕਰ ਦੇਣਗੇ ਉਹ। ਈਨ ਤਾਂ ਮੰਨਣ ਦੀ ਬਹੁਤ ਦੂਰ ਦੀ ਗੱਲ ਹੈ, ਉਹਨਾਂ ਨੇ ਤੈਨੂੰ ਜਿਉਂਦਾ ਵੀ ਨਹੀਂ ਛੱਡਣਾ, ਤੇ ਉਹਨਾਂ ਨੇ ਮੈਨੂੰ ਬਚਾਉਣ ਦੇ ਲਈ ਕੋਈ ਈਨ ਨਹੀਂ ਮੰਨਣੀ। ਉਹਨਾਂ ਨੇ ਨਹੀਂ ਸਮਝੌਤਾ ਕਰਨਾ। ਉਹ ਬਾਣੀ ਪੜ੍ਹਨ ਵਾਲੇ ਇਨਸਾਨ ਨੇ, ਸਿੱਖ ਨੇ, ਅਕਾਲ ਪੁਰਖ 'ਤੇ ਭਰੋਸਾ ਰੱਖਦੇ ਆ। ਉਹ ਇੱਕ ਬੰਦੇ ਦੇ ਖਾਤਰ ਨਹੀਂ ਈਨ ਮੰਨਣ ਵਾਲੇ। ਜਦੋਂ ਫਕੀਰ ਅਜੀਜ਼ੁਦੀਨ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ, ਕਿਉਂਕਿ ਉਹ ਸੂਝ-ਬੂਝ ਵਾਲਾ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਸਮਝਦਾਰ ਫਕੀਰ ਅਜੀਜ਼ੁਦੀਨ, ਤੇ ਇਹ ਗੱਲਾਂ ਦਾ ਇੰਨਾ ਪ੍ਰਭਾਵ ਪਿਆ, ਦੋਸਤ ਮੁਹੰਮਦ ਡਰ ਗਿਆ, ਬਹੁਤ ਜ਼ਿਆਦਾ ਡਰ ਗਿਆ ਵੀ ਮੇਰਾ ਤਾਂ ਬਹੁਤ ਜ਼ਿਆਦਾ ਨੁਕਸਾਨ ਕਰਨਾ ਜਿਹੜੇ ਤਰੀਕੇ ਨਾਲ ਫਕੀਰ ਅਜੀਜ਼ੁਦੀਨ ਕਹਿ ਰਿਹਾ। ਇਹਨੇ ਡਰਦੇ ਨੇ ਫਕੀਰ ਅਜੀਜ਼ੁਦੀਨ ਨੂੰ ਰਿਹਾ ਕਰ ਦਿੱਤਾ ਵੀ ਤੂੰ ਜਾ ਸਕਦਾ। ਇਹ ਫਕੀਰ ਅਜੀਜ਼ੁਦੀਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆ ਕੇ ਸਾਰੀਆਂ ਗੱਲਾਂ ਦੱਸੀਆਂ ਵੀ ਉਹਨੇ ਕਿਹੜਾ ਸਮਝੌਤਾ ਕਰਨਾ ਸੀ ਆਪਣੇ ਨਾਲ। ਉਹ ਤਾਂ ਇੱਕ ਧੋਖਾ ਕਰਨਾ ਚਾਹੁੰਦਾ ਸੀ, ਆਪਣੀ ਈਨ ਮਨਵਾਉਣਾ ਚਾਹੁੰਦਾ ਸੀ, ਆਪਣੀਆਂ ਗੱਲਾਂ ਮਨਵਾਉਣੀਆਂ ਚਾਹੁੰਦਾ ਸੀ। ਤੇ ਫਕੀਰ ਅਜੀਜ਼ੁਦੀਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਗੱਲ ਵੀ ਕਹੀ ਵੀ ਅਸੀਂ ਉਹ 'ਤੇ ਕੋਈ ਹਮਲਾ ਨਹੀਂ ਕਰਨਾ, ਕਿਉਂਕਿ ਉਹਨੇ ਮੈਨੂੰ ਰਿਹਾ ਕਰ ਦਿੱਤਾ। ਹਾਂ, ਅੱਗੇ ਕਦੇ ਕੋਈ ਸਬੱਬ ਬਣਿਆ, ਕੋਈ ਮੌਕਾ ਮਿਲਿਆ, ਉਦੋਂ ਵੇਖਾਂਗੇ ਜਦੋਂ ਕਿਤੇ ਦੁਬਾਰੇ ਇਸ ਤਰ੍ਹਾਂ ਦੇ ਹਾਲਾਤ ਬਣੇ, ਪਰ ਹੁਣ ਮੌਕੇ 'ਤੇ ਕੋਈ ਹਮਲਾ ਨਹੀਂ ਕਰਨਾ। ਮੇਰੀਆਂ ਗੱਲਾਂ ਸੁਣ ਕੇ ਉਦੋਂ ਕੋਈ ਹਮਲਾ ਨਹੀਂ ਕੀਤਾ ਗਿਆ ਇਸ ਦੇ ਉੱਪਰ। ਇਹ ਘਟਨਾ 1834 ਈਸਵੀ ਦੀ ਹੈ, ਤੇ 1837 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੇ ਪੋਤਰੇ ਦਾ ਵਿਆਹ ਕਰਦਾ। ਕੰਬਰ ਨੌ ਨਿਹਾਲ ਸਿੰਘ, ਖੜਕ ਸਿੰਘ ਦਾ ਪੁੱਤਰ ਹੈ ਇਹ। ਇਸ ਦਾ ਵਿਆਹ ਕੀਤਾ ਜਾਂਦਾ ਸ਼ਾਮ ਸਿੰਘ ਅਟਾਰੀ ਵਾਲਾ ਉਹਦੀ ਲੜਕੀ ਦੇ ਨਾਲ। ਉਹ ਲੜਕੀ ਦਾ ਨਾਮ ਨਾਨਕੀ ਕੌਰ ਹੈ। ਇਹਨੂੰ ਨਾਨਕੀ ਕੌਰ ਹੀ ਕਿਹਾ ਜਾਂਦਾ ਹੈ, ਕਿਉਂਕਿ ਇਤਿਹਾਸ ਦੇ ਵਿੱਚ ਪਹਿਲਾਂ ਦੋ ਨਾਨਕੀ ਨਾਮ ਦੇ ਹੇਠਾਂ ਔਰਤਾਂ ਹੋਰ ਹਨ। ਇੱਕ ਬੇਬੇ ਨਾਨਕੀ ਹੈ, ਇੱਕ ਗੁਰੂ ਤੇਗ ਬਹਾਦਰ ਜੀ ਦੀ ਮਾਤਾ, ਉਹਦਾ ਨਾਮ ਵੀ ਮਾਤਾ ਨਾਨਕੀ ਕੌਰ ਹੈ। ਤੇ ਇਸ ਕਰਕੇ ਇਸ ਲੜਕੀ ਨੂੰ ਨਾਨਕੀ ਕੌਰ ਹੀ ਲਿਖਿਆ ਗਿਆ ਇਤਿਹਾਸ ਦੇ ਵਿੱਚ। ਸ਼ਾਮ ਸਿੰਘ ਅਟਾਰੀ ਵਾਲੇ ਦੀ ਇਹ ਲੜਕੀ ਹੈ। ਤੇ ਜਿਸ ਸਮੇਂ ਵਿਆਹ ਕੀਤਾ ਜਾਂਦਾ ਕੰਬਰ ਨੌ ਨਿਹਾਲ ਸਿੰਘ ਦਾ, ਉਸ ਸਮੇਂ ਕੰਬਰ ਨੌ ਨਿਹਾਲ ਸਿੰਘ ਪਿਸ਼ੌਰ ਇਲਾਕੇ ਦਾ ਗਵਰਨਰ ਹੈ। ਇਸ ਨੂੰ ਬੁਲਾ ਲਿਆ ਜਾਂਦਾ ਲਾਹੌਰ ਦੇ ਵਿੱਚ, ਕਿਉਂਕਿ ਇਸ ਦਾ ਵਿਆਹ ਹੈ। ਬਾਕੀ ਜੋ ਸਰਹੱਦਾਂ 'ਤੇ ਫੌਜਾਂ ਹਨ, ਸਿੱਖ ਆਗੂ ਹਨ, ਉਹਨਾਂ ਨੂੰ ਵੀ ਬੁਲਾ ਲਿਆ ਜਾਂਦਾ। ਬਹੁਤ ਜ਼ਿਆਦਾ ਵੱਡਾ ਵਿਆਹ ਕੀਤਾ ਗਿਆ। ਇਤਿਹਾਸ ਦੇ ਵਿੱਚ ਇਹ ਜ਼ਿਕਰ ਹੈ ਵੀ ਇਦੋਂ ਵੱਡਾ ਵਿਆਹ ਨਾ ਤਾਂ ਪਹਿਲਾਂ ਹੋਇਆ ਸੀ ਤੇ ਨਾ ਅੱਜ ਦੀ ਡੇਟ ਤੱਕ ਅਜੇ ਤੱਕ ਹੋਇਆ ਹੈਗਾ। ਕਰਤਾਰ ਸਿੰਘ ਐਮਏ ਨੇ ਆਪਣੀ ਕਿਤਾਬ ਦੇ ਵਿੱਚ ਇੱਥੋਂ ਤੱਕ ਲਿਖਿਆ ਵੀ ਇਸ ਵਿਆਹ ਦੇ ਵਿੱਚ ਤਕਰੀਬਨ 5 ਲੱਖ ਬੰਦਾ ਸ਼ਾਮਲ ਹੋਇਆ ਸੀ। ਤੇ ਉਸ ਸਮੇਂ ਇਸ ਵਿਆਹ 'ਤੇ ਤਕਰੀਬਨ 15-20 ਲੱਖ ਰੁਪਈਆ ਖਰਚਾ ਕੀਤਾ ਗਿਆ। ਉਸ ਸਮੇਂ ਦੇ ਵਿੱਚ, ਅੱਜ ਤਾਂ 15-20 ਲੱਖ ਤਾਂ ਆਮ ਹੀ ਵਿਆਹਾਂ 'ਤੇ ਖਰਚਾ ਹੋ ਜਾਂਦਾ, ਪਰ ਉਸ ਸਮੇਂ 15-20 ਲੱਖ ਦੀ ਜੋ ਕੀਮਤ ਹੈ ਉਹ ਬਹੁਤ ਹੀ ਜ਼ਿਆਦਾ ਹੈ। ਹੁਣ ਬਾਕੀ ਦੀਆਂ ਜਿਹੜੀਆਂ ਫੌਜਾਂ ਨੇ ਜਾਂ ਸਿੱਖ ਆਗੂ ਨੇ, ਸਰਹੱਦਾਂ ਤੋਂ ਥੋੜ੍ਹੀਆਂ ਫੌਜਾਂ ਛੱਡ ਕੇ ਇਸ ਵਿਆਹ ਦੇ ਵਿੱਚ ਸ਼ਾਮਲ ਕਰ ਲਈਆਂ ਗਈਆਂ। ਤੇ ਜਮਰੌਂਦ ਦੇ ਕਿਲੇ ਦੇ ਵਿੱਚ ਮਹਾ ਸਿੰਘ ਹੈ ਇੱਕ, ਇਹ ਮੁਖੀ ਹੈਗਾ ਫੌਜ ਦਾ। ਇਹ ਮਹਾ ਸਿੰਘ ਉਸ ਕਿਲੇ ਦੇ ਵਿੱਚ ਹੈ, ਜਮਰੌਂਦ ਦੇ ਕਿਲੇ ਦੇ ਵਿੱਚ। ਤੇ ਕੁਝ ਕੁ ਇਹਦੇ ਨਾਲ ਸਿੱਖ ਨੇ, ਗਿਣਤੀ ਦੇ ਸਿੱਖ ਹਨ।
ਹਰੀ ਸਿੰਘ ਨਲਵਾ ਪਿਸ਼ੌਰ ਦੇ ਕਿਲੇ ਦੇ ਵਿੱਚ ਹੈ, ਉਹ ਇਸ ਵਿਆਹ ਦੇ ਵਿੱਚ ਸ਼ਾਮਲ ਨਹੀਂ ਹੋਇਆ। ਉਹ ਉੱਥੇ ਸਖਤ ਬਿਮਾਰ ਪਿਆ ਗਾ ਪਿਸ਼ੌਰ ਦੇ ਕਿਲੇ ਦੇ ਵਿੱਚ। ਕੰਬਰ ਨੌ ਨਿਹਾਲ ਸਿੰਘ ਦਾ ਵਿਆਹ ਆ, ਇਹ ਆ ਗਿਆ ਉੱਥੋਂ, ਇਸ ਕਰਕੇ ਹਰੀ ਸਿੰਘ ਨਲਵਾ ਉਹਦੀ ਜਗ੍ਹਾ 'ਤੇ ਹੈ ਅਤੇ ਉਹ ਇੱਕ ਸਖਤ ਬਿਮਾਰ ਹੈ ਬਹੁਤ ਹੀ ਜ਼ਿਆਦਾ। ਹੁਣ ਇੱਧਰ ਇਹ ਵਿਆਹ ਦੇ ਵਿੱਚ ਉਲਝੇ ਹੋਏ ਆ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਆਗੂ, ਅਤੇ ਇਹ ਦੋਸਤ ਮੁਹੰਮਦ ਖਾਨ ਨੇ ਸੋਚਿਆ ਵੀ ਹੁਣ ਆਪਣੇ ਕੋਲ ਬਹੁਤ ਵਧੀਆ ਮੌਕਾ ਹੈ, ਆਪਾਂ ਜਮਰੌਂਦ ਦੇ ਕਿਲੇ 'ਤੇ ਹਮਲਾ ਕਰਕੇ ਇਸ ਨੂੰ ਜਿੱਤ ਸਕਦੇ ਹਾਂ, ਇੱਥੇ ਕੋਈ ਬਹੁਤੀ ਵੱਡੀ ਫੌਜ ਤਾਂ ਹੈ ਨਹੀਂ। ਮਹਾਰਾਜਾ ਰਣਜੀਤ ਸਿੰਘ ਵਿਆਹ ਦੇ ਵਿੱਚ ਉਲਝਿਆ ਹੋਇਆ, ਹੋਰ ਸਿੱਖ ਫੌਜਾਂ ਵੀ ਉਲਝੀਆਂ ਹੋਈਆਂ ਹਨ, ਹੁਣ ਆਪਾਂ ਹਮਲਾ ਕਰ ਸਕਦੇ ਹਾਂ ਬਹੁਤ ਵਧੀਆ ਤਰੀਕੇ ਦੇ ਨਾਲ। ਅਤੇ ਇਸ ਨੇ ਜਹਾਦ ਦੇ ਨਾਮ 'ਤੇ 15,000 ਬੰਦਾ ਪਠਾਨ ਇਕੱਠਾ ਕਰ ਲਿਆ ਆਪਣੇ ਇਲਾਕੇ ਦੇ ਵਿੱਚੋਂ। ਜਹਾਦ ਦਾ ਅਰਥ ਹੁੰਦਾ ਹੈ ਵੀ ਜਦੋਂ ਇਹ ਉਦੋਂ ਝੰਡਾ ਲਹਿਰਾਇਆ ਜਾਂਦਾ ਇਸਲਾਮ ਮਤ ਦਾ, ਵੀ ਆਪਾਂ ਜਹਾਦ ਕਰਾਂਗੇ, ਜੰਗ ਕਰਾਂਗੇ। ਹਰੇ ਰੰਗ ਦਾ ਝੰਡਾ ਇਸ ਕਰਕੇ ਲਹਿਰਾ ਦਿੱਤਾ ਜਾਂਦਾ ਵੀ ਹੁਣ ਇਸਲਾਮ ਮਤ ਨੂੰ ਖਤਰਾ ਹੋ ਗਿਆ। ਧਰਮ ਦੇ ਨਾਮ 'ਤੇ ਲੋਕਾਂ ਨੂੰ ਨਾਲ ਜੋੜਿਆ ਜਾਂਦਾ, ਧਰਮ ਦਾ ਵਾਸਤਾ ਪਾ ਕੇ, ਅਤੇ ਰਾਜਨੀਤਿਕ ਲੋਕ ਧਰਮ ਦਾ ਇਸ ਤਰ੍ਹਾਂ ਲਾਹਾ ਖੱਟ ਲੈਂਦੇ ਆ ਵੀ ਆਪਣੇ ਧਰਮ ਨੂੰ ਖਤਰਾ, ਵੀ ਆਵੋ ਆਪਾਂ ਜੰਗ ਕਰਨੀ ਹੈ, ਜੇ ਆਪਾਂ ਹੁਣ ਨਾ ਲੜੇ ਤਾਂ ਖਤਮ ਹੋ ਜਾਵਾਂਗੇ। ਇਹ ਦੋਸਤ ਮੁਹੰਮਦ ਆਪਣੇ ਸਵਾਰਥ ਨੂੰ ਪੂਰਾ ਕਰਨਾ ਚਾਹੁੰਦਾ, ਆਪਣੇ ਰਾਜ ਨੂੰ ਬਚਾਉਣਾ ਚਾਹੁੰਦਾ, ਕਿਲੇ ਨੂੰ ਜਿੱਤਣਾ ਚਾਹੁੰਦਾ, ਪਰ ਆਪਣੇ ਭੋਲੇ ਲੋਕਾਂ ਦੇ ਵਿੱਚ ਇਹਨੇ ਜਹਾਦ ਦਾ ਝੰਡਾ ਲਹਿਰਾ ਦਿੱਤਾ ਵੀ ਇਸਲਾਮ ਨੂੰ ਖਤਰਾ ਹੋ ਗਿਆ, ਇਕੱਠੇ ਹੋਵੋ। ਅਤੇ 15,000 ਬੰਦਾ ਇਸ ਨੇ ਇਕੱਠਾ ਕਰ ਲਿਆ ਜਮਰੌਂਦ ਦੇ ਕਿਲੇ 'ਤੇ ਹਮਲਾ ਕਰਨ ਦੇ ਲਈ। 1837 ਈਸਵੀ ਦੀ ਇਹ ਘਟਨਾ ਹੈਗੀ, ਅਤੇ ਇੱਥੇ ਮੈਂ ਰੁਕ ਕੇ ਥੋੜ੍ਹੀ ਜਿਹੀ ਹੋਰ ਵਿਚਾਰ ਕਰਨਾ ਚਾਹੁੰਦਾ ਹਾਂ। ਸੋਹਣ ਸਿੰਘ ਸ਼ੀਤਲ ਨੇ ਆਪਣੀ ਕਿਤਾਬ ਦੇ ਵਿੱਚ ਸਿੱਖ ਰਾਜ ਕਿਵੇਂ ਗਿਆ ਇੱਕ ਗੱਲ ਲਿਖੀ ਹੈ। ਉਹ ਕਹਿੰਦਾ ਵੀ ਦੁਨੀਆ ਦੇ ਵਿੱਚ ਜਿਹੜੀਆਂ ਬਹਾਦਰ ਕੌਮਾਂ ਹੁੰਦੀਆਂ ਨੇ ਨਾ, ਉਹ ਕਈ ਵਾਰੀ ਗੁਲਾਮ ਹੁੰਦੀਆਂ ਅਤੇ ਕਈ ਵਾਰੀ ਆਜ਼ਾਦ ਹੁੰਦੀਆਂ। ਉਹਨਾਂ ਕੌਮਾਂ ਦੇ ਵਿੱਚ ਇਸ ਤਰ੍ਹਾਂ ਦਾ ਸੰਘਰਸ਼ ਚੱਲਦਾ ਰਹਿੰਦਾ ਹੈ। ਇਸ ਗੱਲ ਦਾ ਕੋਈ ਦੁੱਖ ਨਹੀਂ ਹੁੰਦਾ ਵੀ ਬਹਾਦਰ ਕੌਮ ਗੁਲਾਮ ਹੋ ਗਈ, ਕਿਉਂਕਿ ਇਹ ਚੱਲਦਾ ਰਹਿੰਦਾ ਵੀ ਕਦੇ ਆਜ਼ਾਦ ਹੋ ਗਏ, ਕਦੇ ਗੁਲਾਮ ਹੋ ਗਏ। ਕਹਿੰਦਾ ਇਸ ਗੱਲ ਦਾ ਕੋਈ ਦੁੱਖ ਨਹੀਂ ਵੀ ਇੱਕ ਬਹਾਦਰ ਕੌਮ ਗੁਲਾਮ ਹੋ ਗਈ, ਪਰ ਕਹਿੰਦਾ ਦੁੱਖ ਇਸ ਗੱਲ ਦਾ ਵੀ ਜਿਹੜੇ ਤਰੀਕੇ ਨਾਲ ਗੁਲਾਮ ਹੋਈ ਹੈ ਨਾ, ਉਸ ਤਰੀਕੇ ਨਾਲ ਇਹ ਬਹਾਦਰ ਕੌਮ ਗੁਲਾਮ ਹੋਣ ਵਾਲੀ ਨਹੀਂ ਸੀ। ਇਹ ਬਹੁਤ ਮੈਨੂੰ ਜ਼ਿਆਦਾ ਦੁੱਖ ਹੈ। ਇਹ ਸੋਹਣ ਸਿੰਘ ਸ਼ੀਤਲ ਦੀਆਂ ਲੈਣਾਂ ਨੇ ਆਪਣੀਆਂ। ਉਹਨੇ ਸਿੱਖਾਂ ਦਾ ਇਤਿਹਾਸ ਲਿਖਿਆ, ਆਪ ਵੀ ਉਹ ਸਿੱਖ ਸੀ। ਸਿੱਖ ਰਾਜ ਕਿਵੇਂ ਗਿਆ ਉਸਨੇ ਲਿਖਿਆ ਵੀ ਸਿੱਖ ਕੌਮ ਇੰਨੀ ਜ਼ਿਆਦਾ ਬਹਾਦਰ, ਇੰਨੀਆਂ ਜ਼ਿਆਦਾ ਜੰਗਾਂ ਕੀਤੀਆਂ ਅਤੇ ਕਈ ਵਾਰੀ ਆਜ਼ਾਦ ਵੀ ਹੋਏ, ਗੁਲਾਮ ਵੀ ਹੋਏ, ਪਰ ਕਹਿੰਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੁੰਦਾ ਨਾ, ਜਿਹੜੇ ਤਰੀਕੇ ਨਾਲ ਇਸ ਵਾਰੀ ਗੁਲਾਮ ਹੋਏ ਆ, ਕਹਿੰਦਾ ਵੀ ਬਹੁਤ ਜ਼ਿਆਦਾ ਦੁੱਖ ਹੈ। 3 ਬੰਦਿਆਂ ਦੇ ਕਰਕੇ ਸਾਰੀ ਕੌਮ ਗੁਲਾਮ ਹੋ ਗਈ ਹੈ। ਸਿਰਫ 3 ਬੰਦਿਆਂ ਨੇ ਸਾਰੀ ਕੌਮ ਨੂੰ ਗੁਲਾਮ ਬਣਾ ਦਿੱਤਾ ਅਤੇ ਅੱਜ ਤੱਕ ਗੁਲਾਮ ਹੀ ਚੱਲੀ ਆ ਰਹੀ ਹੈ। ਅੱਜ ਵੀ ਅਸੀਂ ਆਜ਼ਾਦ ਥੋੜ੍ਹੀ ਹੈਗੇ। ਅਤੇ ਉਹ 3 ਬੰਦੇ ਕੌਣ ਸਨ? ਉਹ ਡੋਗਰੇ ਸਨ, ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਸਮਝ ਹੀ ਨਹੀਂ ਸਕਿਆ ਸਾਰੀ ਉਮਰ। ਉਹਨਾਂ ਨੂੰ ਆਪਣੇ ਦਰਬਾਰ ਦੇ ਵਿੱਚੋਂ ਬਾਹਰ ਨਹੀਂ ਕਰ ਸਕਿਆ। ਉਹਨਾਂ ਦਾ ਮੈਂ ਜ਼ਿਕਰ ਕਰਨਾ ਕਿਉਂਕਿ ਫਿਰ ਅਸੀਂ ਸਾਰੇ ਇਤਿਹਾਸ ਨੂੰ ਸਮਝਾਂਗੇ। ਹੁਣ ਜੇਕਰ ਇਹਨਾਂ ਨੂੰ ਨਹੀਂ ਆਪਾਂ ਵਿਚਾਰਦੇ, ਇਹਨਾਂ ਦੀ ਗੱਲ 'ਤੇ ਸਾਨੂੰ ਇਤਿਹਾਸ ਬਾਰੇ ਸਮਝ ਕੋਈ ਨਹੀਂ ਆਉਣੀ। ਇਹ ਜਮਰੌਂਦ ਦੇ ਕਿਲੇ ਦੀ ਜਿਹੜੀ ਜੰਗ ਹੈ, ਇਹ ਆਪਾਂ ਵਿਚਾਰਨ ਤੋਂ ਪਹਿਲਾਂ ਮੈਂ ਇਹਨਾਂ ਦਾ ਜ਼ਿਕਰ ਕਰ ਜਾਵਾਂ। ਜੰਮੂ ਸ਼ਹਿਰ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਇੱਕ ਇਸਮਾਇਲ ਡਿਓੜੀ ਨਾਮ ਦਾ ਨਗਰ ਹੈ। ਉਸ ਨਗਰ ਦੇ ਵਿੱਚ ਇੱਕ ਕਿਸ਼ੋਰ ਸਿੰਘ ਡੋਗਰੇ ਨਾਮ ਦਾ ਬੰਦਾ ਰਹਿੰਦਾ, ਜਿਹੜਾ ਬਹੁਤ ਜ਼ਿਆਦਾ ਗਰੀਬ ਹੈ, ਆਰਥਿਕ ਪੱਖ ਤੋਂ ਬਹੁਤ ਜ਼ਿਆਦਾ ਗਰੀਬ ਹੈ।
ਇਸਮਾਇਲਪੁਰੀ ਡਿਉੜੀ ਦਾ ਨਾਮ ਹੈ, ਜੰਮੂ ਸ਼ਹਿਰ ਤੋਂ 15 ਕਿਲੋਮੀਟਰ ਦੀ ਦੂਰੀ ਤੇ ਹੈ। ਇਹਦੇ ਘਰ ਦੇ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਹੈ 1792 ਈਸਵੀ ਦੇ ਵਿੱਚ, ਅਕਤੂਬਰ ਦੇ ਵਿੱਚ। ਉਹਦਾ ਨਾਮ ਗੁਲਾਬ ਸਿੰਘ ਰੱਖਿਆ ਜਾਂਦਾ ਹੈ। 1792 ਵਿੱਚ ਜਨਮ ਹੋਇਆ ਤੇ ਇਹ ਗੁਲਾਬ ਸਿੰਘ ਜਦੋਂ ਥੋੜ੍ਹਾ ਜਿਹਾ ਵੱਡਾ ਹੁੰਦਾ ਹੈਗਾ, 1809 ਦੇ ਵਿੱਚ ਇਹ ਲਾਹੌਰ ਦੇ ਵਿੱਚ ਆ ਗਿਆ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ। ਉੱਥੇ ਆ ਕੇ ਇਹ ਸਿਪਾਹੀ ਭਰਤੀ ਹੋ ਗਿਆ 3 ਰੁਪਏ ਤਨਖਾਹ ਤੇ। ਜੰਮੂ ਤੋਂ ਆ ਕੇ ਗੁਲਾਬ ਸਿੰਘ ਕਿਸ਼ੋਰ ਸਿੰਘ ਦਾ ਲੜਕਾ, ਡੋਗਰੇ ਹੈ ਇਹ, ਤੇ ਇਹ ਭਰਤੀ ਹੁੰਦਾ ਫੌਜ ਦੇ ਵਿੱਚ। ਲਾਹੌਰ ਦਰਬਾਰ ਵਿੱਚ ਪਹੁੰਚ ਕੇ 3 ਰੁਪਈਆਂ ਤੇ, ਇਹ 3 ਰੁਪਈਆਂ ਤੇ ਭਰਤੀ ਹੋਇਆ। ਪਰ ਇਹ 1820 ਤੱਕ ਮਹਾਰਾਜਾ ਰਣਜੀਤ ਸਿੰਘ ਦੇ ਇੰਨਾ ਜ਼ਿਆਦਾ ਨੇੜੇ ਹੋ ਗਿਆ, ਇੰਨਾ ਜ਼ਿਆਦਾ ਚਹੇਤਾ ਬਣ ਗਿਆ। 1820 ਦੇ ਵਿੱਚ ਜੰਮੂ ਕਸ਼ਮੀਰ ਦਾ ਆਪਣੇ ਪਿਤਾ ਨੂੰ ਮੁਖੀ ਬਣਾ ਦਿੰਦਾ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਕੇ। ਮਹਾਰਾਜਾ ਰਣਜੀਤ ਸਿੰਘ ਨੇ ਇਹ ਇਲਾਕੇ ਵੀ ਜਿੱਤੇ ਹੈ ਨਾ। ਇਹਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਇਹਦੇ ਪਿਤਾ ਨੂੰ, ਜਿਹੜਾ ਕਿ ਬਹੁਤ ਹੀ ਜ਼ਿਆਦਾ ਗਰੀਬ ਹੈ, ਉਹਨੂੰ ਜੰਮੂ ਦਾ ਮੁਖੀ ਬਣਾ ਦਿੱਤਾ ਜਾਂਦਾ ਹੈ। ਤੇ 1822 ਈਸਵੀ ਦੇ ਵਿੱਚ ਇਹ ਆਪ ਖੁਦ ਗੁਲਾਬ ਸਿੰਘ ਮੁਖੀ ਬਣ ਜਾਂਦਾ ਜੰਮੂ ਦਾ। ਸਿਪਾਹੀ ਭਰਤੀ ਹੋਇਆ ਪਰ ਜੰਮੂ ਦਾ ਮੁਖੀ ਬਣ ਗਿਆ 1822 ਈਸਵੀ ਦੇ ਵਿੱਚ। ਤੇ ਇਹਨੇ ਮਹਾਰਾਜਾ ਰਣਜੀਤ ਸਿੰਘ ਤੋਂ 3 ਗੱਲਾਂ ਹੋਰ ਮਨਵਾਈਆਂ ਜਦੋਂ ਇਹ ਮੁਖੀ ਬਣਿਆ। ਇੱਕ ਤਾਂ ਇਹ ਗੱਲ ਮਨਵਾਈ ਵੀ ਇੱਥੋਂ ਦਾ ਮੈਂ ਆਜ਼ਾਦ ਮੁਖੀ ਹੋਵਾਂਗਾ, ਮੈਂ ਕਿਸੇ ਬਾਦਸ਼ਾਹ ਦੇ ਅਧੀਨ ਨਹੀਂ ਹਾਂ। ਜਦ ਕਿ ਇਹ ਇਲਾਕਾ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਹੈ, ਪਰ ਇਹਨੇ ਇੰਨਾ ਵਿਸ਼ਵਾਸ ਬਣਾ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਇਹਦੀਆਂ ਸਾਰੀਆਂ ਗੱਲਾਂ ਮੰਨੀਆਂ ਬਿਨਾਂ ਕਹਿਣ ਤੋਂ, ਕੋਈ ਸਵਾਲ ਨਹੀਂ ਕੀਤਾ ਅੱਗੋਂ। ਇੱਕ ਤਾਂ ਇਹ ਵੀ ਇੱਥੋਂ ਦਾ ਮੈਂ ਖੁਦ ਮੁਖਤਿਆਰ ਹੋਵਾਂਗਾ, ਮੈਂ ਕਿਸੇ ਬਾਦਸ਼ਾਹ ਨੂੰ ਕੋਈ ਜਵਾਬ ਦੇ ਨਹੀਂ ਹੋਵਾਂਗਾ ਵੀ ਕੱਲ੍ਹ ਨੂੰ ਤੁਸੀਂ ਹਿਸਾਬ ਕਿਤਾਬ ਮੰਗੋ, ਇਹ ਨਹੀਂ ਹੋ ਸਕਦਾ। ਇੱਥੋਂ ਦਾ ਮੈਂ ਮੁਖੀ ਹੋਵਾਂਗਾ। ਇੱਕ ਮੈਂ ਆਪਣੀ ਆਜ਼ਾਦ ਫੌਜ ਰੱਖਾਂਗਾ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਹੋਰ ਵੀ ਕਿੰਨੇ ਵਧੀਆ ਵਧੀਆ ਆਗੂ ਨੇ। ਹਰੀ ਸਿੰਘ ਨਲਵੈ, ਅਕਾਲੀ ਫੂਲਾ ਸਿੰਘ ਸੀ, ਜਾਂ ਸ਼ਾਮ ਸਿੰਘ ਅਟਾਰੀ ਵਾਲਾ ਹੈ, ਮਹਾ ਸਿੰਘ ਹੈ, ਹੋਰ ਬਥੇਰੇ ਹੈ। ਪਰ ਕਿਸੇ ਨੂੰ ਅਧਿਕਾਰ ਨਹੀਂ ਸੀ ਵੀ ਉਹ ਆਪਣੇ ਅਧੀਨ ਫੌਜ ਰੱਖ ਸਕਣ। ਫੌਜ ਸਾਰੀ ਦਰਬਾਰ ਦੇ ਅਧੀਨ ਹੁੰਦੀ ਸੀ, ਲਾਹੌਰ ਦੇ ਅਧੀਨ। ਇਹ ਸਿਰਫ ਇੱਕ ਜਰਨੈਲ ਸਨ, ਫੌਜ ਰੱਖਣ ਦਾ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਸੀ। ਬਾਦਸ਼ਾਹ ਨੇ ਨਹੀਂ ਅਧਿਕਾਰ ਦਿੱਤਾ ਇਹਨਾਂ ਨੂੰ, ਪਰ ਇੱਥੇ ਗੁਲਾਬ ਸਿੰਘ ਡੋਗਰੇ ਨੂੰ ਅਧਿਕਾਰ ਦਿੱਤਾ ਜਾ ਰਿਹਾ ਵੀ ਤੁਸੀਂ ਰੱਖ ਸਕਦੇ ਹੋ। ਤੇ ਦੂਸਰਾ ਇਹਨੇ ਇਹ ਵੀ ਕਹਿਆ ਵੀ ਇੱਥੋਂ ਦੀ ਜਿਹੜੀ ਆਮਦਨ ਹੋਵੇਗੀ ਉਹ ਵੀ ਸਿਰਫ ਮੇਰੀ ਹੀ ਹੋਵੇਗੀ, ਉਹਦੇ ਵਿੱਚ ਕੋਈ ਹਿੱਸਾ ਲਾਹੌਰ ਦਰਬਾਰ ਨੂੰ ਨਹੀਂ ਜਾਵੇਗਾ। ਜੰਮੂ ਦੇ ਵਿੱਚ ਉਸ ਸਮੇਂ ਲੂਣ ਦੀਆਂ ਖਾਨਾਂ ਸਨ, ਲੂਣ ਨਿਕਲਦਾ ਸੀ। ਤੇ ਇਹ ਇਸ ਤਰੀਕੇ ਦੇ ਨਾਲ 1822 ਈਸਵੀ ਦੇ ਵਿੱਚ ਜੰਮੂ ਦਾ ਇਹ ਮੁਖੀ ਬਣ ਗਿਆ, ਜਿਹੜਾ ਬੰਦਾ ਕਿਸੇ ਸਮੇਂ 3 ਰੁਪਈਆਂ ਤੇ ਸਿਪਾਹੀ ਭਰਤੀ ਹੋ ਰਿਹਾ। ਕਿੰਨਾ ਤੇਜ਼ ਦਿਮਾਗ ਹੋਵੇਗਾ ਇਹਦਾ, ਕਿਹੜੇ ਤਰੀਕੇ ਨਾਲ ਕਿੰਨਾ ਨੇੜਤਾ ਬਣਾਈ ਹੈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ। ਇਹਦਾ ਇੱਕ ਹੋਰ ਭਰਾ ਹੈ ਧਿਆਨ ਸਿੰਘ ਡੋਗਰਾ। ਉਹਦਾ ਜਨਮ ਹੁੰਦਾ ਹੈ 1796 ਈਸਵੀ ਦੇ ਵਿੱਚ। ਜਦੋਂ ਉਹ ਵੀ ਨੌਜਵਾਨ ਹੋ ਜਾਂਦਾ, ਥੋੜ੍ਹਾ ਜਿਹਾ ਵੱਡਾ ਹੋ ਜਾਂਦਾ ਹੈ, ਇਹ ਗੁਲਾਬ ਸਿੰਘ ਡੋਗਰਾ ਆਪਣੇ ਛੋਟੇ ਭਰਾ ਨੂੰ ਲਾਹੌਰ ਦਰਬਾਰ ਦੇ ਵਿੱਚ ਰਹਿ ਕੇ ਆਉਂਦਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਰੋਹਤਾਸ ਦੇ ਕਿਲੇ ਦੇ ਵਿੱਚ ਹੈ, ਤੇ ਆ ਕੇ ਜਾਣ ਪਹਿਚਾਣ ਕਰਵਾਉਂਦਾ ਵੀ ਇਹ ਮੇਰਾ ਭਰਾ ਹੈਗਾ ਛੋਟਾ, ਤੇ ਇਹਨੂੰ ਤੁਸੀਂ ਇੱਥੇ ਕੋਈ ਛੋਟੇ ਮੋਟੇ ਕੰਮ 'ਤੇ ਰੱਖ ਲਵੋ ਆਪਣੇ ਦਰਬਾਰ ਦੇ ਵਿੱਚ। ਮਹਾਰਾਜਾ ਰਣਜੀਤ ਸਿੰਘ ਗੁਲਾਬ ਸਿੰਘ ਦੇ ਕਹਿਣ 'ਤੇ ਉਹਦੇ ਭਰਾ ਨੂੰ ਆਪਣੇ ਕੋਲ ਰੱਖ ਲੈਂਦਾ ਛੋਟੇ ਮੋਟੇ ਕੰਮ 'ਤੇ। ਹੌਲੀ ਹੌਲੀ ਇਹ ਵੀ ਬਹੁਤ ਹੀ ਜ਼ਿਆਦਾ ਨੇੜਤਾ ਬਣਾ ਜਾਂਦਾ ਹੈ। 1800 ਖੁਸ਼ਹਾਲ ਸਿੰਘ
ਇੱਕ ਡਿਉੜੀਦਾਰ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ, ਉਹਨੂੰ ਹਟਾ ਦਿੱਤਾ ਜਾਂਦਾ। ਉਸ ਦੀ ਜਗ੍ਹਾ ਤੇ ਇਹ ਆਪ ਉੱਥੇ ਨੌਕਰੀ ਕਰਨ ਲੱਗ ਜਾਂਦਾ। ਇਸ ਤਰ੍ਹਾਂ ਇਹ ਨੇੜਤਾ ਬਣਾਉਂਦਾ ਗਿਆ। ਆਪਾਂ ਕਹਿ ਦਈਏ ਵੀ ਇੰਨੀ ਜ਼ਿਆਦਾ ਨੇੜਤਾ ਬਣਾ ਗਿਆ ਵੀ ਇਹ ਲਾਹੌਰ ਦਰਬਾਰ ਦਾ ਮੁੱਖ ਮੰਤਰੀ ਬਣ ਗਿਆ, ਧਿਆਨ ਸਿੰਘ ਡੋਗਰਾ। ਇੰਨੀ ਜ਼ਿਆਦਾ ਨੇੜਤਾ ਵੀ ਇੱਕ ਬੰਦਾ ਛੋਟੇ ਮੋਟੇ ਕੰਮ ਤੇ ਆਇਆ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਮੁੱਖ ਮੰਤਰੀ ਬਣ ਜਾਂਦਾ। ਇੱਕ ਇਹਨਾਂ ਦਾ ਹੋਰ ਛੋਟਾ ਭਰਾ ਆ ਸੁਚੇਤ ਸਿੰਘ ਡੋਗਰਾ, ਉਹਦਾ 1801 ਦੇ ਵਿੱਚ ਜਨਮ ਹੁੰਦਾ। ਜਦੋਂ ਉਹ ਵੀ ਨੌਜਵਾਨ ਹੁੰਦਾ ਉਹਨੂੰ ਵੀ ਲਾਹੌਰ ਦਰਬਾਰ ਵਿੱਚ ਲਿਆਂਦਾ ਜਾਂਦਾ। ਤਿੰਨੇ ਭਰਾ ਲਾਹੌਰ ਦਰਬਾਰ ਵਿੱਚ ਆਉਂਦੇ ਆ। ਇਹ ਵੀ ਬਹੁਤ ਜ਼ਿਆਦਾ ਨੇੜਤਾ ਬਣਾ ਜਾਂਦਾ, ਪਰ ਇਹ ਬਹੁਤਾ ਸਮਾਂ ਟਿਕ ਨਹੀਂ ਸਕਦਾ ਸਿੱਖਾਂ ਦੇ ਵਿੱਚ। 1844 ਈਸਵੀ ਦੇ ਵਿੱਚ ਇਹਨੂੰ ਤੋਪ ਦੇ ਅੱਗੇ ਖੜਾ ਕੇ ਸਿੱਖ ਉਡਾ ਦਿੰਦੇ ਆ, ਕਿਉਂਕਿ ਇਹ ਪਕੜਿਆ ਜਾਂਦਾ। ਇਹਨੇ 16 ਲੱਖ ਰੁਪਈਆ ਲੁਧਿਆਣਾ, ਫਿਰੋਜ਼ਪੁਰ, ਇਸ ਇਲਾਕੇ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਹੈ। ਇੱਧਰ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਸੀ, ਇੱਧਰਲਾ ਇਲਾਕਾ ਅੰਗਰੇਜ਼ਾਂ ਦੇ ਅਧੀਨ ਸੀ। ਇਹਨੇ 16 ਲੱਖ ਰੁਪਈਆ ਲਾਹੌਰ ਦਰਬਾਰ ਦੇ ਵਿੱਚੋਂ ਚੁਰਾ ਕੇ ਆਪਣੇ ਅਕਾਊਂਟ ਦੇ ਵਿੱਚ ਅੰਗਰੇਜ਼ਾਂ ਦੇ ਕੋਲ ਰੱਖਿਆ ਹੋਇਆ ਸੀਗਾ। ਜਿਵੇਂ ਅੱਜ ਦੇ ਸਾਡੇ ਮੰਤਰੀਆਂ ਦੇ ਜਿਹੜੇ ਰਾਜਨੀਤਿਕ ਲੋਕ ਹੈ, ਉਹਨਾਂ ਦਾ ਜਿਹੜਾ ਕਾਲਾ ਧਨ ਹੈ ਸਵਿਟਜ਼ਰਲੈਂਡ ਦੀਆਂ ਬੈਂਕਾਂ ਦੇ ਵਿੱਚ ਪਿਆ ਨਾ, ਵੀ ਉੱਥੇ ਜਮ੍ਹਾਂ ਕਰਵਾਇਆ ਆਉਂਦੇ ਇੱਥੋਂ ਲੁੱਟ ਕੇ। ਇਸੇ ਤਰ੍ਹਾਂ ਇਹਨੇ ਉੱਥੋਂ ਆਪਾਂ ਕਹਿੰਦੇ ਵੀ ਲੁੱਟ ਕੇ ਲਾਹੌਰ ਦਰਬਾਰ ਦਾ 16 ਲੱਖ ਰੁਪਈਆ ਫਿਰੋਜ਼ਪੁਰ ਉੱਥੇ ਅੰਗਰੇਜ਼ਾਂ ਦੇ ਅਧੀਨ ਜਮ੍ਹਾਂ ਕਰਵਾ ਕੇ ਰੱਖਿਆ ਹੋਇਆ ਸੀ। ਜਦੋਂ ਸਿੱਖਾਂ ਨੂੰ ਇਸ ਗੱਲ ਦਾ ਪਤਾ ਚੱਲਦਾ ਤੇ ਸਿੱਖ ਇਹਨੂੰ ਖਤਮ ਕਰ ਦਿੰਦੇ 1844 ਈਸਵੀ ਦੇ ਵਿੱਚ। ਸੋ ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ 'ਤੇ ਬਹੁਤ ਬਹੁਤ ਧੰਨਵਾਦ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ।